ਦੋਵੇਂ ਭਰਾਵਾਂ ਨੇ ਸੋਹਣਾ ਸਿੰਘ ਤੇ ਮੋਨਾ ਸਿੰਘ ਇਹਨਾਂ ਨੇ ਮੁੱਖ ਚੋਣ ਅਫਸਰ ਨੂੰ ਚਿੱਠੀ ਲਿਖੀ ਹੈ, ਕਿਹਾ ਕਿ ਸਾਨੂੰ ਦੋਵਾਂ ਨੂੰ ਵੱਖੋ ਵੱਖਰਾ ਵੋਟ ਪਾਉਣ ਦਾ ਅਧਿਕਾਰ ਹੋਵੇ। ਉਸ ਤੋਂ ਬਾਅਦ ਇਹ ਨੌਬਤ ਆ ਗਈ ਸੀ ਕਿ ਵੋਟ ਦੋ ਜਣੇ ਕਿਵੇਂ ਪਾਉਣਗੇ, ਕਿ ਵੋਟ ਜਿੱਥੇ ਪਾਉਣ ਜਾਣਗੇ ਉੱਥਾਂ ਫਿਰ ਦੋਵੇਂ ਦੇਖ ਲੈਣਗੇ ਇੱਕ ਦੂਜੇ ਦੀ ਵੋਟ ਨੂੰ। ਤਾਂ ਇਹ ਸਾਰਾ ਫਿਰ ਜੋ ਪ੍ਰੋਬਲਮ ਸੀ ਇਹ ਹੁਣ ਸਾਡੇ ਜਿਹੜੇ ਚੋਣ ਕਮਿਸ਼ਨਰ ਕੇ ਰਾਜੂ ਜੀ ਆ ਇਹਨਾਂ ਨੇ ਸਾਰਾ ਸੋਲਵ ਕਰ ਦਿੱਤਾ ਹੋਇਆ ਹੈ। ਅਸੀਂ ਚੋਣ ਕਮਿਸ਼ਨਰ ਨੂੰ ਅਰਜੀ ਦਿੱਤੀ, ਆਪਣਾ ਅਪਲਾਈ ਕੀਤਾ, ਕਿਉਂਕਿ ਸ਼ੁਰੂ ਤੋਂ ਸਾਡੇ ਸਾਰੇ ਸਰਟੀਫਿਕੇਟ ਅਲੱਗ-ਅਲੱਗ ਚੱਲਦੇ ਆ ਰਹੇ ਆ ਤੇ ਇਹ ਵੀ ਸਾਡਾ ਜਿਹੜਾ ਵੋਟ ਦਾ ਅਧਿਕਾਰ ਇਹ ਵੀ ਅਲੱਗ-ਅਲੱਗ ਹੋਣਾ ਚਾਹੀਦਾ ਹੈ। ਕੀ ਸੋਚ ਹੈ ਤੁਹਾਡੀ ਇਸ ਬਾਰੇ ਕਿ ਵੱਖੋ ਵੱਖਰੀ ਵੋਟ ਹੋਣੀ ਚਾਹੀਦੀ ਹੈ? ਕਿਉਂ ਹੋਣੀ ਚਾਹੀਦੀ ਹੈ ਵੱਖੋ ਵੱਖਰੀ? ਹਰ ਇੱਕ ਆਦਮੀ ਨੂੰ ਕਿ ਆਪਣਾ ਵੱਖਰਾ ਵੱਖਰਾ ਹੱਕ ਹੈ ਜੀ ਵੋਟ ਪਾਉਣ ਦਾ, ਕਿ ਜਿਵੇਂ ਮੈਂ ਵੱਖਰੀ ਵੋਟ ਪਾਵਾਂਗਾ ਮੈਂ ਉਸ ਪਾਰਟੀ ਨੂੰ ਪਾਵਾਂਗਾ ਕਿ ਜਿਹੜੇ ਮੈਨੂੰ ਪਾਰਟੀ ਚੰਗੀ ਲੱਗਦੀ ਹੈ ਜਾਂ ਲੋਕ ਜਿਹੜੇ ਚੰਗੇ ਹੋਣ ਜੇ ਇਸ ਪਾਰਟੀ 'ਚ। ਖੁਸ਼ੀ ਤਾਂ ਚਲੋ ਬਹੁਤ ਹੋਈ ਆ ਇਸ ਦੇ ਕਿ ਜੋਬ ਲੱਗਣ ਲੱਗੀ ਆ ਜੀ। ਜੋਬ ਸਾਨੂੰ ਮਿਲੀ ਆ ਬਿਜਲੀ ਬੋਰਡ PSPCL ਦੇ ਵਿੱਚ। ਅਸੀਂ ਵੀ ਸੰਘਰਸ਼ ਕੀਤਾ ਵਾ, ਸਾਰੀ ਦੁਨੀਆ ਨੂੰ ਚਾਹੀਦਾ ਕਿ ਸੰਘਰਸ਼ ਕਰਨ, ਸੰਘਰਸ਼ ਨਾਲ ਹੀ ਸਭ ਕੁਝ ਮਿਲਦਾ ਹੈ ਜੀ। ਬਸ ਬੰਦੇ ਨੂੰ ਨੈਗੇਟਿਵਿਟੀ ਵੱਲ ਨਹੀਂ ਜਾਣਾ ਚਾਹੀਦਾ, ਬੰਦੇ ਨੂੰ ਹਮੇਸ਼ਾ ਪੋਜ਼ਿਟਿਵ ਸੋਚਣਾ ਚਾਹੀਦਾ ਵਾ, ਕਿ ਬਟ ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਪਤਾ ਨਹੀਂ ਹੋਏਗਾ ਜਾਂ ਨਹੀਂ ਹੋਏਗਾ। ਕਿ ਆਪਣੇ ਜਿਹੜੇ ਚੋਣ ਕਮਿਸ਼ਨਰ ਆ KS ਰਾਜੂ ਜੀ, ਉਹਨਾਂ ਵੱਲੋਂ ਵੀ ਇਹੀ ਆ ਕਿ ਸਾਰੇ ਜਣੇ ਆਪਣਾ ਵੋਟ ਦਾ ਅਧਿਕਾਰ ਬਣਾਉਣ, ਸਾਰੇ ਜਣੇ ਵੋਟ ਜਿਨ੍ਹਾਂ ਦੀ ਬਣੀ ਵੀ ਆ ਉਹ ਵੀ ਆਪਣਾ ਵੋਟ ਦਾ ਅਧਿਕਾਰ ਵਰਤਣ, ਕਿਉਂਕਿ ਆਪਾਂ ਆਪਣੇ ਮੋਟਿਵ ਤੋਂ ਭਟਕਣਾ ਨਹੀਂ ਆ। ਵੋਟ ਵੱਖੋ ਵੱਖਰੀ ਹੋਣੀ ਚਾਹੀਦੀ ਹੈ। ਜੇ ਸੋਹਣਾ ਜੀ ਤੇ ਮੋਨਾ ਜੀ ਸੋਚਦੇ ਨੇ ਤਾਂ ਬਾਕੀ ਲੋਕ ਵੀ ਸੋਚਣ। ਕਿ ਜਿਵੇਂ ਆਪਣੇ ਪਾਰਟੀਆਂ ਕੰਮ ਕਰਦੀਆਂ ਪਈਆਂ ਨੇ ਤਾਂ ਇਹਨਾਂ ਨੂੰ ਕੰਮ ਸਹੀ ਢੰਗ ਨਾਲ ਕਰਨੇ ਚਾਹੀਦੇ ਆ ਜੀ। KS ਰਾਜੂ ਜੀ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਕਿ ਵੋਟ ਦਾ ਅਧਿਕਾਰ ਦਿੱਤਾ। ਪ੍ਰਾਈਮ ਏਸ਼ੀਆ TV ਦੇਖ ਰਹੇ ਹੋ ਤੁਸੀਂ, ਮੈਂ ਹਾਂ ਆਨੰਦਪ੍ਰੀਤ ਸਿੰਘ। ਇਸ ਵੇਲੇ ਸਾਡੇ ਨਾਲ ਦੋ ਇਹੋ ਜਿਹੇ ਨਾਮ ਜਿਨ੍ਹਾਂ ਬਾਰੇ ਪੂਰੀ ਦੁਨੀਆ ਦੇ ਵਿੱਚ ਬੈਠੇ ਹੋਏ ਲੋਕ ਜਾਣਦੇ ਨੇ, ਉਹ ਨਾਮ ਨੇ ਸੋਹਣਾ ਸਿੰਘ ਤੇ ਮੋਨਾ ਸਿੰਘ। ਅੱਜ ਸਾਡੇ ਨਾਲ ਨੇ ਸੋਹਣਾ ਸਿੰਘ ਤੇ ਮੋਨਾ ਸਿੰਘ। ਸਕੂਲੀ ਪੜ੍ਹਾਈ ਬਾਰੇ ਵੀ ਸਾਰੇ ਜਾਣਦੇ ਨੇ ਕਿ ਸਕੂਲ ਦੇ ਵਿੱਚ ਵੀ ਜਾਂਦੇ ਰਹੇ ਨੇ, ਇਕੱਠੇ ਪੜ੍ਹਦੇ ਵੀ ਰਹੇ ਨੇ। ਉਸ ਤੋਂ ਬਾਅਦ ਹੁਣ ਜੋਬ ਵੀ ਕਰਨੀ ਹੈ। ਪਰ ਖਾਸ ਗੱਲ ਇਹ ਹੈ ਅੱਜ ਜਿਹੜਾ ਸਬੱਬ ਬਣਿਆ ਇਹਨਾਂ ਨਾਲ ਗੱਲਬਾਤ ਕਰਨ ਦਾ, ਦੋਵੇਂ ਭਰਾਵਾਂ ਨੇ ਸੋਹਣਾ ਸਿੰਘ ਤੇ ਮੋਨਾ ਸਿੰਘ ਇਹਨਾਂ ਨੇ ਮੁੱਖ ਚੋਣ ਅਫਸਰ ਨੂੰ ਚਿੱਠੀ ਲਿਖੀ ਹੈ, ਕਿਹਾ ਕਿ ਸਾਨੂੰ ਦੋਵਾਂ ਨੂੰ ਵੱਖੋ ਵੱਖਰਾ ਵੋਟ ਪਾਉਣ ਦਾ ਅਧਿਕਾਰ ਹੋਵੇ। ਜਿਸ ਤਰੀਕੇ ਨਾਲ ਅਸੀਂ ਪੜ੍ਹੇ ਹਾਂ, ਗੱਲਬਾਤ ਇਹਨਾਂ ਨਾਲ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ। ਜਿਹੜੇ ਦਰਸ਼ਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ ਇਹਨਾਂ ਨੂੰ? ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਅਸੀਂ ਸੋਹਣਾ ਸਿੰਘ ਤੇ ਮੋਨਾ ਸਿੰਘ ਜੀ। ਸੋਹਣਾ ਸਿੰਘ ਜੀ ਤੇ ਮੋਨਾ ਸਿੰਘ ਜੀ, ਕੀ ਲੱਗਦਾ ਕੀ ਹੈ ਤੁਹਾਨੂੰ ਕਿ ਤੁਸੀਂ ਲਿਖ ਕੇ ਦਿੱਤਾ ਕਿ ਸਾਨੂੰ ਵੱਖੋ ਵੱਖਰਾ ਵੋਟ ਪਾਉਣ ਦਾ ਅਧਿਕਾਰ ਮਿਲੇ? ਉਹਦੇ ਪਿੱਛੇ ਕਾਰਨ ਕੀ ਸੀ? ਪਹਿਲਾਂ ਮੈਂ ਸੋਹਣਾ ਜੀ ਨੂੰ ਪੁੱਛਦਾ, ਫਿਰ ਮੋਨਾ ਜੀ ਤੁਹਾਡੇ ਕੋਲੇ ਆਉਣਾ। ਹਾਂਜੀ, ਚੋਣ ਕਮਿਸ਼ਨਰ ਜੀ ਨੂੰ ਇਹੀ ਲਿਖਣ ਦਾ ਕਿ ਸਾਨੂੰ ਵੀ ਵੋਟ ਦਾ ਅਧਿਕਾਰ ਹੋਣਾ ਚਾਹੀਦਾ ਹੈ, ਕਿ ਸਾਰਿਆਂ ਨੂੰ ਅਧਿਕਾਰ ਹੈ ਵੋਟ ਦਾ। ਤੇ ਇਸ ਲਈ ਕਿ ਸਾਰੇ ਜਣੇ ਵੋਟ ਪਾ ਕੇ ਆਪੋ ਆਪਣੀ, ਜਿਸ ਤਰ੍ਹਾਂ ਜਿਹੜੇ ਵੀ ਚੰਗੇ ਲੋਕ ਪਾਰਟੀ ਦੇ ਉਹਨਾਂ ਨੂੰ ਅੱਗੇ ਲਿਆਉਣ ਤੇ ਸਾਰਿਆਂ ਨੂੰ ਵੋਟ ਦਾ ਅਧਿਕਾਰ ਹੋਣਾ ਚਾਹੀਦਾ। ਤੇ ਅਸੀਂ ਕੰਜੁਆਇੰਟ ਟਵਿੰਸ ਦੇ ਹੋਣ ਦੇ ਕਾਰਨ ਚਲੋ ਕਿ ਸਾਰਿਆਂ ਨੂੰ ਵੈਸੇ ਵੋਟ ਦਾ ਅਧਿਕਾਰ ਹੁੰਦਾ ਤੇ ਸਾਡਾ ਥੋੜ੍ਹਾ ਜਿਹਾ ਔਖਾ, ਤੇ ਇਸ ਲਈ ਅਸੀਂ ਚੋਣ ਕਮਿਸ਼ਨਰ ਨੂੰ ਅਰਜੀ ਦਿੱਤੀ, ਆਪਣਾ ਅਪਲਾਈ ਕੀਤਾ, ਕਿਉਂਕਿ ਸ਼ੁਰੂ ਤੋਂ ਸਾਡੇ ਸਾਰੇ ਸਰਟੀਫਿਕੇਟ ਅਲੱਗ-ਅਲੱਗ ਚੱਲਦੇ ਆ ਰਹੇ ਆ ਤੇ ਇਹ ਵੀ ਸਾਡਾ ਜਿਹੜਾ ਵੋਟ ਦਾ ਅਧਿਕਾਰ ਇਹ ਵੀ ਅਲੱਗ-ਅਲੱਗ ਹੋਣਾ ਚਾਹੀਦਾ। ਤੇ ਇਸ ਲਈ ਅਸੀਂ ਅਪਲਾਈ ਕੀਤਾ, ਉਹਨਾਂ ਨੂੰ ਅਰਜੀ ਲਿਖੀ। ਉਹਨਾਂ ਨੇ ਇਹਦਾ ਫੈਸਲਾ ਬੜੇ ਡੂੰਘਾਈ ਨਾਲ ਲਿਆ ਤੇ ਉਹਨਾਂ ਨਾਲ ਫਿਰ ਕੱਲ੍ਹ ਮੁਲਾਕਾਤ ਹੋਏਗੀ ਉੱਥੇ, ਤੇ ਉਸ ਤੋਂ ਬਾਅਦ ਦੱਸਣਗੇ ਕਿਸ ਤਰ੍ਹਾਂ ਜੋ ਵੀ ਅੱਗੇ ਦੀ ਕਾਰਵਾਈ ਹੈ। ਮੋਨਾ ਸਿੰਘ ਜੀ, ਤੁਸੀਂ ਕੀ ਸੋਚਿਆ ਕਿ ਵੱਖੋ ਵੱਖਰੀ ਵੋਟ ਹੋਵੇ? ਕਿਉਂਕਿ ਹੁਣੇ ਸੋਹਣਾ ਜੀ ਦੱਸ ਰਹੇ ਸੀਗੇ, ਤੁਸੀਂ ਕੀ ਸੋਚਿਆ? ਕੀ ਸੋਚ ਹੈ ਤੁਹਾਡੀ ਇਸ ਬਾਰੇ ਕਿ ਵੱਖੋ ਵੱਖਰੀ ਵੋਟ ਹੋਣੀ ਚਾਹੀਦੀ ਹੈ? ਕਿਉਂ ਹੋਣੀ ਚਾਹੀਦੀ ਹੈ ਵੱਖੋ ਵੱਖਰੀ? ਹਾਂਜੀ, ਵੋਟ ਇਸ ਕਰਕੇ ਵੱਖਰੀ ਵੱਖਰੀ ਹੋਣੀ ਚਾਹੀਦੀ ਹੈ ਜੀ ਕਿ ਹਰ ਇੱਕ ਆਦਮੀ ਨੂੰ ਕਿ ਆਪਣਾ ਵੱਖਰਾ ਵੱਖਰਾ ਹੱਕ ਹੈ ਜੀ ਵੋਟ ਪਾਉਣ ਦਾ, ਕਿ ਜਿਵੇਂ ਮੈਂ ਵੱਖਰੀ ਵੋਟ ਪਾਵਾਂਗਾ ਮੈਂ ਉਸ ਪਾਰਟੀ ਨੂੰ ਪਾਵਾਂਗਾ ਕਿ ਜਿਹੜੇ ਮੈਨੂੰ ਪਾਰਟੀ ਚੰਗੀ ਲੱਗਦੀ ਹੈ ਜਾਂ ਲੋਕ ਜਿਹੜੇ ਚੰਗੇ ਹੋਣ ਜੇ ਇਸ ਪਾਰਟੀ 'ਚ। ਹਰ ਇੱਕ ਦਾ ਵੱਖਰਾ ਵੱਖਰਾ ਆਪਣਾ ਹੱਕ ਹੈ ਵੋਟ ਪਾਉਣ ਦਾ। ਮੇਨ ਮੁੱਦਾ ਤਾਂ ਆਹੀ ਆ ਕਿ
ਵੱਖਰਾ ਵੱਖਰਾ ਵੋਟ ਹੈ ਤਾਂ ਵੋਟ ਪਾਣੀ ਚਾਹੀਦੀ। ਅੱਛਾ, ਕੀ ਗੱਲਬਾਤ ਕੀ ਹੋਈ ਜਿਹੜੇ ਕਰੁਣਾ ਐਸ ਰਾਜੂ ਜੀ ਨੇ, ਮੁੱਖ ਚੋਣ ਅਫਸਰ ਨੇ ਪੰਜਾਬ ਦੇ, ਜਦੋਂ ਉਹਨਾਂ ਨਾਲ ਤੁਹਾਡੀ ਮੀਟਿੰਗ ਹੋਈ ਹੋਏਗੀ, ਮੁਲਾਕਾਤ ਹੋਈ ਹੋਏਗੀ, ਜਾਂ ਤੁਸੀਂ ਉਹਨਾਂ ਤੱਕ ਕੋਈ ਅਪਰੋਚ ਕੀਤੀ ਹੋਏਗੀ, ਗੱਲਬਾਤ ਕੀ ਹੋਈ, ਕੀ ਤੁਸੀਂ ਉਹਨਾਂ ਨੂੰ ਕਿਹਾ? ਹਾਂਜੀ, ਅਸੀਂ ਤੇ ਜਿਹੜੇ ਕਰਨ ਸਿੰਘ ਰਾਜੂ ਜੀ ਹੈ ਜਿਹੜੇ, ਹਾਂਜੀ, ਇਹਨਾਂ ਨਾਲ ਤਾਂ ਮੁਲਾਕਾਤ ਖੈਰ ਕੱਲ੍ਹ ਹੋਣੀ ਹੈ ਜੀ। ਤਾਂ ਪਹਿਲਾਂ ਤਾਂ ਇੱਕ ਵਾਰੀ ਉਹ ਸਾਡੇ ਪਿੰਗਲਵਾੜੇ ਜ਼ਰੂਰ ਆਏ ਸੀ, ਤਾਂ ਉਦੋਂ ਤਾਂ ਉਹਨਾਂ ਨਾਲ ਵੈਸੇ ਮੁਲਾਕਾਤ ਹੋ ਗਈ ਸੀ, ਬਟ ਉਦੋਂ ਅਸੀਂ ਉਹਨਾਂ ਨੂੰ ਨਹੀਂ ਸੀ ਵੋਟ ਦਾ ਕਿਹਾ। ਇਹ ਤਾਂ ਬਾਅਦ ਵਿੱਚ ਜਦੋਂ ਵੋਟਰ BLO ਤੋਂ ਆਏ ਵੋਟ ਅਪਲਾਈ ਕਰਨ ਵਾਸਤੇ, ਉਦੋਂ ਫਿਰ ਜਦੋਂ ਉਹਨਾਂ ਨੇ ਵੋਟਾਂ ਅਪਲਾਈ ਕੀਤੀਆਂ, ਉਸ ਤੋਂ ਬਾਅਦ ਇਹ ਨੌਬਤ ਆ ਗਈ ਸੀ ਕਿ ਵੋਟ 2 ਜਣੇ ਕਿਵੇਂ ਪਾਉਣਗੇ, ਕਿ ਵੋਟ ਜਿੱਥੇ ਪਾਉਣ ਜਾਣਗੇ ਉੱਥਾਂ ਫਿਰ ਦੋਵੇਂ ਦੇਖ ਲੈਣਗੇ ਇੱਕ ਦੂਜੇ ਦੀ ਵੋਟ ਨੂੰ। ਤਾਂ ਇਹ ਸਾਰਾ ਫਿਰ ਜੋ ਪ੍ਰੋਬਲਮ ਸੀ, ਇਹ ਹੁਣ ਸਾਡੇ ਜਿਹੜੇ ਚੋਣ ਕਮਿਸ਼ਨਰ ਕੇ ਰਾਜੂ ਜੀ ਆ, ਇਹਨਾਂ ਨੇ ਸਾਰਾ ਸੋਲਵ ਕਰ ਦਿੱਤਾ ਹੋਇਆ ਜੀ। ਕਿਸ ਤਰੀਕੇ ਨਾਲ ਸੋਲਵ ਹੋਏਗਾ, ਕੀ ਕੁਝ ਹੋਏਗਾ, ਉਹ ਬਾਰੇ ਕੋਈ ਉਹਨਾਂ ਨੇ ਚਾਨਣਾ ਪਾਇਆ, ਦੱਸਿਆ ਕੁਝ ਤੁਹਾਨੂੰ ਕਿ ਇਸ ਤਰੀਕੇ ਨਾਲ ਤੁਹਾਡੀ ਵੋਟ ਵੀ ਪਵਾਈ ਜਾਏਗੀ ਤੇ ਦੂਸਰੇ ਨੂੰ ਪਤਾ ਵੀ ਨਹੀਂ ਲੱਗੇਗਾ? ਇਹ ਸਾਰੀ ਜਿਹੜੀ ਗੱਲਬਾਤ ਆ, ਇਹ ਸਾਰੀ ਗੱਲਬਾਤ ਕੱਲ੍ਹ ਜਿਹੜੀ ਮੀਟਿੰਗ ਹੈ 16 ਤਰੀਕ ਨੂੰ 11 ਵਜੇ ਮੁੱਖ ਚੋਣ ਕਮਿਸ਼ਨਰ ਨਾਲ ਤੇ ਦਿੱਲੀ ਆਲ ਇੰਡੀਆ ਚੋਣ ਕਮਿਸ਼ਨਰ ਨਾਲ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਉਹਨਾਂ ਨੇ ਸਾਰਿਆਂ ਸੋਚਿਆ ਹੋਇਆ ਜਾਂ ਕਿੱਦਾਂ ਵੀ ਉਹਨਾਂ ਨੇ ਸਾਰੇ ਆਰਡਰ ਬਣਾਏ ਹੋਏ ਆ, ਉਹਦੇ ਹਿਸਾਬ ਨਾਲ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਅੱਛਾ, ਮੈਂ ਜੇ ਗੱਲ ਕਰਾਂ, ਆਪਾਂ ਜ਼ਿੰਦਗੀ ਕਿੱਦਾਂ ਚੱਲ ਰਹੀ ਹੈ ਤੁਹਾਡੀ? ਜ਼ਿੰਦਗੀ ਬਾਰੇ ਥੋੜ੍ਹਾ ਦੱਸੋ ਕਿ ਕਿਸ ਤਰੀਕੇ ਨਾਲ ਜ਼ਿੰਦਗੀ ਚੱਲ ਰਹੀ ਹੈ, ਹੁਣ ਕੀ ਕਰ ਰਹੇ ਹੋ ਇਸ ਵੇਲੇ? ਪਹਿਲਾਂ ਡਿਪਲੋਮਾ ਕਰ ਰਹੇ ਸੀ, ਪੜ੍ਹਾਈ ਕਰ ਰਹੇ ਸੀ, ਹੁਣ ਕੀ ਕਰ ਰਹੇ ਹੋ? ਡਿਪਲੋਮਾ ਅਸੀਂ ਇਲੈਕਟ੍ਰੀਕਲ ਦਾ ਕਰ ਰਹੇ ਸੀ, ਤੇ ਉਹ ਵੀ ਵਧੀਆ ਤਰੀਕੇ ਨਾਲ ਹੋ ਗਿਆ। ਤੇ ਉਸ ਤੋਂ ਬਾਅਦ ਹੁਣ ਅਸੀਂ ਜੋਬ ਵਾਸਤੇ ਅਪਲਾਈ ਕੀਤਾ, ਤੇ ਜਿਹੜੇ ਸਾਡੇ ਸ਼੍ਰੀ IAS ਵੇਣੂ ਪ੍ਰਸ਼ਾਦ ਜੀ ਚੇਅਰਮੈਨ ਰਹੇ ਆ ਸਾਡੇ, ਲੇਟੈਸਟ ਕੱਲ੍ਹ ਰਾਤੀ ਚੇਂਜ ਹੋਏ ਆ, ਤੇ ਉਹਨਾਂ ਨੇ ਨਾਲ ਜਿਸ ਤਰ੍ਹਾਂ ਸਾਡੀ ਕੋਈ ਜ਼ਿਆਦਾ ਸੀ, ਤੇ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਬੱਚਿਆਂ ਨੂੰ ਨੌਕਰੀ ਮਿਲਣੀ ਚਾਹੀਦੀ, ਬਹੁਤ ਜ਼ਰੂਰੀ ਆ। ਤੇ ਅਸੀਂ ਨੌਕਰੀ ਲਈ ਐਲੀਜੀਬਲ ਵੀ ਹੋ ਗਏ ਸੀ, 18 ਸਾਲ ਤੋਂ ਬਾਅਦ ਹੁੰਦਾ ਆ। ਤੇ ਉਹਨਾਂ ਨੇ ਸਾਡਾ ਇਸ ਨਾਲ ਜ਼ਿਆਦਾ ਮਤਲਬ ਲਗਾਵ ਪਿਆਰ ਹੋਣ ਦੇ ਕਾਰਨ ਉਹਨਾਂ ਨੇ ਸਾਡਾ ਕੇਸ ਪੋਜ਼ੀਟਿਵਲੀ ਹੈਂਡਲ ਕੀਤਾ, ਤੇ ਉਹਨਾਂ ਨੇ ਵਿਧਾਨ ਸਭਾ 'ਚ ਸੈਸ਼ਨ ਲਾਇਆ। ਮੋਹਨ ਸਿੰਘ ਜੀ, ਕਿੰਨੀ ਕੁ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਵੀ ਜੋਬ ਮਿਲੇਗੀ? ਖੁਸ਼ੀ ਕਿੰਨੀ ਕੁ ਹੋਈ? ਹਾਂਜੀ, ਖੁਸ਼ੀ ਤਾਂ ਚਲੋ ਬਹੁਤ ਹੋਈ ਆ ਇਸ ਦੇ ਕਿ ਜੋਬ ਲੱਗਣ ਲੱਗੀ ਆ ਜੀ। ਤੇ ਅਸੀਂ ਵਿਨੂ ਪ੍ਰਸ਼ਾਦ ਜੀ CMD ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਇਹ ਪੋਜ਼ੀਟਿਵਲੀ ਕੇਸ ਹੈਂਡਲ ਕੀਤਾ, ਤਾਂ ਉਹਨਾਂ ਨੇ ਸਾਨੂੰ ਜੋਬ ਦੇਣ ਦਾ ਫੈਸਲਾ ਲਿਆ ਹੈ ਜੀ। ਤੇ ਮੈਨੂੰ ਬਹੁਤ ਖੁਸ਼ੀ ਆ ਜੀ ਜੋਬ ਮਿਲਣ 'ਤੇ। ਤਾਂ ਜਿੱਦਾਂ ਅੱਗੇ ਇਨ ਫਿਊਚਰ ਦੇ ਵਿੱਚ ਕਈ ਪਾਸਪੋਰਟ ਵੀ ਸ਼ਾਇਦ ਜੇ ਤੁਸੀਂ ਸੋਚਿਆ ਹੋਏਗਾ ਵੀ ਬਣਵਾਈਏ, ਤਾਂ ਤੁਹਾਨੂੰ ਲੱਗਦਾ ਕਿ ਉੱਥੇ ਵੀ ਚੁਣੌਤੀਆਂ ਆ ਸਕਦੀਆਂ, ਤਾਂ ਉਹ ਵੀ ਵੱਖੋ ਵੱਖਰਾ ਬਣਾਉਣਾ ਪਊਗਾ, ਉਹਦੇ ਬਾਰੇ ਕੀ ਸੋਚ ਰਹੇ ਹੋ? ਉਹਦੇ ਬਾਰੇ ਵੀ ਕੋਈ ਤਿਆਰੀ ਤੁਹਾਡੀ ਚੱਲ ਰਹੀ? ਹਾਂਜੀ, ਪਾਸਪੋਰਟ ਦੇ ਕੱਲ੍ਹ ਨੂੰ ਕੋਈ ਪ੍ਰੋਬਲਮ ਆਏਗੀ ਤਾਂ ਉਹ ਪਾਸਪੋਰਟ ਤਾਂ ਫਿਰ 2 ਹੀ ਬਣਨਗੇ। ਹਾਂਜੀ ਹਾਂਜੀ। ਸੋਹਣਾ ਸਿੰਘ ਜੀ, ਕਿਵੇਂ ਤੁਸੀਂ ਜਿਹੜੇ ਇਸ ਵੇਲੇ ਲੋਕ ਦੇਖ ਰਹੇ ਨੇ, ਕਿਉਂਕਿ ਤੁਸੀਂ ਮੇਨ ਕਿਹਾ ਹੈਗਾ ਕਿ ਵੋਟ ਵੱਖੋ ਵੱਖਰੀ ਕਰਨੀ ਚਾਹੀਦੀ ਹੈ, ਕਈ ਲੋਕ ਸਾਡੇ ਵੋਟ ਪਾਉਣੇ ਨਹੀਂ ਜਾਂਦੇ, ਉਹ ਕਹਿੰਦੇ ਵੀ ਚਲੋ ਮੇਰੀ ਵੋਟ ਨਾਲ ਕੀ ਹੋ ਜਾਊਗਾ, ਪਰ ਤੂੰ ਸੋਚਿਆ ਵੀ ਯਾਰ ਵੋਟ ਵੱਖੋ ਵੱਖਰੀ ਹੋਣੀ ਚਾਹੀਦੀ ਹੈ। ਜੇ ਸੋਹਣਾ ਜੀ ਤੇ ਮੋਹਣਾ ਜੀ ਸੋਚਦੇ ਨੇ ਤਾਂ ਬਾਕੀ ਲੋਕ ਵੀ ਸੋਚਣ। ਤੁਹਾਨੂੰ ਕਿਉਂ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਹੋਣੀ ਚਾਹੀਦੀ ਹੈ, ਕਿਸ ਤਰੀਕੇ ਨਾਲ ਚੁਣਨਾ ਚਾਹੀਦਾ, ਕੀ ਬਦਲਾਵ ਸਮਾਜ ਦੇ ਵਿੱਚ ਆ ਸਕਦਾ, ਤੁਸੀਂ ਕੀ ਸੋਚਦੇ ਹੋ? ਹਾਂ, ਵੋਟ ਪਾਉਣ ਦਾ ਅਧਿਕਾਰ ਤਾਂ ਸਾਰਿਆਂ ਨੂੰ ਹੁੰਦਾ। ਕਈ ਕਹਿ ਦਿੰਦੇ ਲੋਕ ਕਿ ਆਪਾਂ ਵੋਟ ਪਾ ਕੇ ਕੀ ਕਰਨਾ, ਪਰ ਨਹੀਂ, ਉਹਨਾਂ ਨੂੰ ਇਹਦੀ ਅਹਿਮੀਅਤ ਨਹੀਂ ਪਤਾ। ਅਹਿਮੀਅਤ ਮਤਲਬ ਕਿ ਵੋਟ ਦਾ ਬਹੁਤ ਵੱਡਾ ਇੱਕ ਉਹਨਾਂ ਦਾ ਅਧਿਕਾਰ ਆ, ਉਹਦੇ ਨਾਲ ਉਹ ਆਪਣੀ ਸਰਕਾਰ ਚੁਣ ਸਕਦੇ ਆ। ਤੇ ਇਸ ਲਈ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਜਾਣੇ ਵੋਟ ਦਾ ਅਧਿਕਾਰ ਵਰਤਣ, ਯੂਜ਼ ਕਰਨ, ਸਾਰੇ ਜਾਣੇ ਆਪਣੀ ਵੋਟ ਪਾਉਣ, ਤਾਂ ਜੋ ਆਪਣੀ ਵਧੀਆ ਤਰੀਕੇ ਦੀ ਜੋ ਵੀ ਜਿਸ ਤਰ੍ਹਾਂ ਦੀ ਵਧੀਆ ਪਾਰਟੀ ਉਹਨੂੰ ਅੱਗੇ ਲਿਆਇਆ ਜਾ ਸਕੇ। ਮੋਹਨ ਸਿੰਘ ਜੀ, ਵੋਟ ਨੂੰ ਲੈ ਕੇ ਕਦੇ ਤੁਹਾਡੀ ਆਪਸ 'ਚ ਗੱਲਬਾਤ ਹੁੰਦੀ ਹੈ ਕਿ ਉਸ ਪਾਰਟੀ ਨੂੰ ਵੋਟ ਪਾਉਣਾ ਚਾਹੀਦਾ? ਮੈਂ ਪਾਰਟੀ ਦਾ ਨਾਮ ਨਹੀਂ ਤੁਹਾਡੇ ਤੋਂ ਪੁੱਛੂੰਗਾ, ਜਾਂ ਉਸ ਬੰਦੇ ਨੂੰ ਵੋਟ ਪਾਉਣੀ ਚਾਹੀਦੀ ਹੈ, ਉਸ MLA ਨੂੰ ਵੋਟ ਪਾਉਣੀ ਚਾਹੀਦੀ ਹੈ, ਉਸ MP ਨੂੰ ਵੋਟ ਪਾਉਣੀ ਚਾਹੀਦੀ ਹੈ? ਦੋਵਾਂ ਦਾ ਕੋਈ ਵਖਰੇਵਾ ਹੁੰਦਾ ਜਾਂ ਸਹਿਮਤੀ ਹੁੰਦੀ ਹੈ ਵੀ ਜਿੱਧਰ ਮੋਹਨਾ ਜੀ ਕਹਿਣਗੇ, ਜਿੱਧਰ ਸੋਹਣਾ ਜੀ ਕਹਿਣਗੇ, ਉੱਧਰ ਵੋਟ ਪਾ ਦਿਆਂਗੇ? ਹਾਂਜੀ, ਇਹ ਤਾਂ ਹਾਲੇ ਕੋਈ ਹੈ ਨਹੀਂ ਇਸ਼ੂ ਐਡਾ ਕਿ ਕਿਹਨੂੰ ਵੋਟ ਪਾਉਣੀ, ਕਿਸ ਪਾਰਟੀ ਨੂੰ ਪਾਉਣੀ ਹੈ। ਇਹ ਤਾਂ ਉਸ ਟਾਈਮ ਜਦੋਂ ਕੋਈ ਸਾਡੇ ਦਿਮਾਗ 'ਚ ਆਏਗਾ ਕਿ ਕਿਹੜੀ ਪਾਰਟੀ ਬਹੁਤ ਵਧੀਆ ਕੰਮ ਕਰਦੀ ਪਈ ਆ, ਬਹੁਤ ਚੰਗੇ ਲੋਕ ਆ, ਉਹ ਉਸ ਟਾਈਮ ਸੋਚਿਆ ਜਾਏਗਾ। ਜਦੋਂ ਅਸੀਂ ਵੋਟ ਪਾਉਣ ਜਾਵਾਂਗੇ ਕਿਤੇ, ਜਿੱਥੇ BLO ਜਾਵਾਂਗੇ ਵੋਟ ਪਾਉਣ, ਉਦੋਂ ਸੋਚਿਆ ਜਾਵੇਗਾ ਕਿ ਕਿਹੜੀ ਪਾਰਟੀ ਨੂੰ ਪਾਈ ਜਾਵੇ ਵੋਟ। ਜਦੋਂ ਪਾਰਟੀਆਂ ਦੀ ਗੱਲ ਚੱਲਦੀ ਹੈ ਜਾਂ ਲੋਕਾਂ ਦੀ ਗੱਲ ਚੱਲਦੀ ਹੈ, ਉਦੋਂ ਇਹ ਸਵਾਲ ਸਾਹਮਣੇ ਆ ਜਾਂਦਾ ਸਾਡੇ ਕਿ ਫਲਾਣਾ ਚੰਗਾ, ਢਿਮਕਾ ਚੰਗਾ। ਤੁਸੀਂ ਇੰਨੇ ਸਾਲਾਂ ਤੋਂ ਦੇਖ ਰਹੇ ਹੋਗੇ, 18 ਸਾਲ ਦੀ ਤੁਹਾਡੀ ਉਮਰ ਹੋ ਗਈ ਹੈ,
ਕਿਵੇਂ ਦੇਖਦੇ ਹੋ ਰਾਜਨੀਤੀ ਨੂੰ, ਕਿਵੇਂ ਦੇਖਦੇ ਹੋ, ਕਿਸ ਤਰੀਕੇ ਨਾਲ ਬਦਲਾਵ ਤੁਸੀਂ ਮੰਨਦੇ ਹੋ ਕਿ ਇਸ ਤਰੀਕੇ ਨਾਲ ਬਦਲਾਵ ਹੋਣਾ ਚਾਹੀਦਾ ਸੁਸਾਇਟੀ ਦੇ ਵਿੱਚ? ਸੋਹਣਾ ਜੀ ਤੇ ਮੋਨਾ ਜੀ ਕੀ ਸੋਚਦੇ ਨੇ? ਹਾਂਜੀ, ਇਹੀ ਆ ਕਿ ਬਦਲਾਵ ਹੋਣਾ ਚਾਹੀਦਾ ਵਾ ਕਿ ਜਿਵੇਂ ਆਪਣੇ ਪਾਰਟੀਆਂ ਕੰਮ ਕਰਦੀਆਂ ਪਈਆਂ ਨੇ ਤਾਂ ਇਹਨਾਂ ਨੂੰ ਕੰਮ ਸਹੀ ਢੰਗ ਨਾਲ ਕਰਨੇ ਚਾਹੀਦੇ ਆ ਜੀ। ਕੋਈ ਡਿਮਾਂਡ ਤੁਹਾਡੀ ਸਰਕਾਰ ਅੱਗੇ, ਜਾਂ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਵੇਲੇ ਤੁਹਾਨੂੰ ਦੇਖ ਰਹੀਆਂ ਨੇ, ਕਿਉਂਕਿ 2022 ਦੇ ਵਿੱਚ ਕਿਸੇ ਇੱਕ ਪਾਰਟੀ ਦੀ ਸਰਕਾਰ ਬਣਨੀ ਆ, ਉਹਨਾਂ ਅੱਗੇ ਸੋਹਣਾ ਜੀ ਤੇ ਮੋਨਾ ਜੀ ਦੀ ਕੋਈ ਮੰਗ ਹੈਗੀ ਆ? ਡਿਮਾਂਡ ਤਾਂ ਇਹੀ ਆ ਜੀ ਕਿ ਜਿਹੜੇ ਸਾਡੇ ਵਰਗੇ ਹੋਰ ਲੋਕ ਨੇ ਜਾਂ ਹੋਰ ਸਾਰੇ ਦੁਨੀਆ ਨੂੰ ਇਹਨਾਂ ਦੇ ਸਾਰਿਆਂ ਦੇ ਕੇਸ ਪੋਜ਼ੀਟਿਵਲੀ ਹੈਂਡਲ ਕਰਨ ਤੇ ਸਭ ਨੂੰ ਇਹ ਪਿਆਰ ਨਾਲ ਰਹਿਣ। ਤਾਂ ਇਹ ਜੋ ਕੰਮ ਆ ਸਭ ਕਰਨੇ ਪਾਰਟੀਆਂ ਸਾਰੀਆਂ ਜਿੰਨੇ ਵੀ ਅੱਗੇ ਆਉਣਾ ਵਾ ਇਨ ਫਿਊਚਰ ਉਹ ਕਰੇ ਪਾਰਟੀ ਵਧੀਆ ਕੰਮ, ਕਿ ਤਾਂ ਜੋ ਫਿਰ ਜਿਹੜੀਆਂ ਪਿਛਲੀਆਂ ਪਾਰਟੀਆਂ ਲੰਘ ਗਈਆਂ ਉਹਨਾਂ ਨੂੰ ਪਤਾ ਚੱਲੇ ਕਿ ਇਹਨਾਂ ਨੇ ਇਹ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ ਹੈ। ਹਾਂਜੀ ਸੋਹਣਾ ਸਿੰਘ ਜੀ, ਸ਼ੌਂਕ ਕੀ ਨੇ ਦੋਵਾਂ ਦੇ? ਸ਼ੌਂਕ ਕੀ ਨੇ ਛੋਟੇ ਹੁੰਦਿਆਂ ਤੋਂ, ਨਿੱਕੇ ਹੁੰਦਿਆਂ ਤੋਂ ਹੁਣ ਕੋਈ ਸ਼ੌਂਕ ਦੇ ਵਿੱਚ ਚੇਂਜ ਆਈ ਹੈ, ਜਾਂ ਫਿਰ ਉਹੀ ਸ਼ੌਂਕ ਜੋ ਬਚਪਨ 'ਚ ਸੀ ਉਹੀ ਹੁਣ ਵੀ ਨੇ? ਸ਼ੌਂਕਾਂ ਵਿੱਚ ਚੇਂਜ ਕੀ, ਮਤਲਬ ਉਹੀ ਸਾਰੇ ਪੁਰਾਣੇ ਸ਼ੌਂਕ ਆ। ਗਾਉਂਦੇ ਆ ਆਪਾਂ, ਕੀਰਤਨ ਕਰੀਦਾ ਆ, ਪਾਠ ਕਰੀਦਾ ਆ। ਹੁਣ ਇਲੈਕਟ੍ਰੀਕਲ ਦਾ ਸ਼ੌਂਕ ਸੀ ਸਾਨੂੰ 5th ਕਲਾਸ ਤੋਂ ਹੀ, ਤੇ ਉਸ ਤੋਂ ਬਾਅਦ ਸ਼ੁਰੂ ਕਰਦੇ ਕਰਦੇ ਇਲੈਕਟ੍ਰੀਕਲ ਦੇ ਕੰਮ ਤੱਕ ਚਲੇ ਗਏ। ਉਸ ਤੋਂ ਬਾਅਦ ਡਿਪਲੋਮੇ ਦੇ ਵਿੱਚ ਆ ਗਏ। ਇਸ ਤਰ੍ਹਾਂ ਹੀ ਜੋ ਪਹਿਲਾਂ ਕਹਿ ਚੁੱਕੇ ਉਹੀ ਗੱਲ ਆ। ਅੱਛਾ, ਜੋਬ ਦੀ ਗੱਲ ਕੀਤੀ ਸੀ, ਉੱਥੇ ਮੈਂ ਪੁੱਛਣਾ ਰਹਿ ਗਿਆ ਕਿ ਜੋਬ ਕਿਸ ਚੀਜ਼ ਦੀ ਮਿਲੀ ਹੈ, ਕੀ ਕਿੱਥੇ ਕੁ ਪੋਸਟਿੰਗ ਹੋਏਗੀ, ਕੀ ਕੰਮ ਹੋਏਗਾ ਤੁਹਾਡਾ? ਜੋਬ ਸਾਨੂੰ ਮਿਲੀ ਆ ਬਿਜਲੀ ਬੋਰਡ PSPCL ਦੇ ਵਿੱਚ। ਇਸ ਟਾਈਮ ਸ਼੍ਰੀ IAS ਵੇਣੂ ਪ੍ਰਸਾਦ ਜੀ ਨੇ ਦਿੱਤੀ ਹੈ ਜੋਬ। ਉਹਨਾਂ ਵੱਲੋਂ BOD 'ਚ ਕੇਸ ਲੱਗਾ ਸੀ ਤੇ ਜੋਬ ਦਿੱਤੀ ਗਈ ਅੰਮ੍ਰਿਤਸਰ ਦੇ ਵਿੱਚ ਹੀ, ਸਕਾਡਾ ਸਬ ਸਟੇਸ਼ਨ ਡੈਂਟਲ ਕਾਲਜ ਉੱਥੇ ਦਿੱਤੀ ਗਈ ਹੈ, ਪਾਵਰ ਕਲੋਨੀ ਦੇ ਵਿੱਚ, ਤੇ ਐਜ਼ ਅ ਸੁਪਰਵਾਈਜ਼ਰ ਦੇ ਦਿੱਤੀ ਗਈ ਆ। ਤੁਹਾਨੂੰ ਮਿਲੀ ਹੈ, ਸੋਹਣਾ ਜੀ ਨੂੰ ਮਿਲੀ ਹੈ ਜਾਂ ਮੋਨਾ ਜੀ ਨੂੰ ਮਿਲੀ ਹੈ? ਇਹ ਤਾਂ ਕੇਸ ਸੀ ਕਿ ਜੋਬ ਇੱਕ ਨੂੰ ਹੀ ਮਿਲ ਸਕਦੀ ਆ, ਤੇ ਇਸ ਤਰ੍ਹਾਂ ਕਾਗਜ਼ੀ ਕਾਰਵਾਈ ਦੇ ਵਿੱਚ ਸੋਹਣਾ ਸਿੰਘ ਨੂੰ ਜੋਬ ਦਿੱਤੀ ਗਈ ਆ ਇਸ ਲਈ। ਬਟ ਕੀ ਗੱਲ ਆ ਕਿ ਇਹ ਟੈਕਨੀਕਲ ਇਸ਼ੂ ਆਉਣ ਦੇ ਕਾਰਨ ਕਿ ਇੱਕ ਜਾਣੇ ਦੀ ਪੋਸਟਿੰਗ ਕਿਤੇ ਹੋਰ ਹੋ ਗਈ, ਇੱਕ ਜਾਣੇ ਦੀ ਕਿਤੇ ਹੋਰ ਹੋ ਗਈ, ਤੇ ਇਹਦੇ ਨਾਲ ਟੈਕਨੀਕਲ ਇਸ਼ੂ ਆ ਸਕਦਾ। ਇਸ ਲਈ ਕਿ ਦੂਜਾ ਬੰਦਾ ਮੌਜੂਦਗੀ ਤੇ ਡਿਊਟੀ ਤੇ ਨਾ ਪਹੁੰਚ ਸਕਿਆ। ਇੱਕੋ ਜਾਣੇ ਅਸੀਂ ਦੋਵੇਂ ਜਾਣੇ ਇਕੱਠੇ ਰਹਿਣਾ ਤੇ ਇੱਕੋ ਜਾਣੇ ਇੱਕ ਮੌਕੇ ਤੇ ਇੱਕ ਡਿਊਟੀ ਕਰ ਸਕਦਾ। ਇਸ ਲਈ ਟੈਕਨੀਕਲ ਇਸ਼ੂ ਆਉਣ ਦੇ ਕਾਰਨ ਇਹ ਫੈਸਲਾ ਲਿਆ ਗਿਆ। ਫੈਸਲਾ ਲਿਆ, ਇਹ ਵੀ ਬਹੁਤ ਵੱਡਾ ਫੈਸਲਾ ਜਿਹੜਾ ਵੇਣੂ ਪ੍ਰਸਾਦ ਜੀ ਨੇ ਲਿਆ ਤੇ ਹੈਂਡਲ ਕੀਤਾ ਕੇਸ। ਉਸ ਤੋਂ ਬਾਅਦ ਕਿਤੇ ਜਾ ਕੇ ਸਾਨੂੰ ਪਿਛਲੇ ਸੈਟਰਡੇ ਸਾਨੂੰ ਅਪੁਆਇੰਟਮੈਂਟ ਲੈਟਰ ਮਿਲਿਆ। ਤੁਹਾਨੂੰ ਪਤਾ ਤੁਹਾਡਾ ਸੰਘਰਸ਼ ਬਹੁਤ ਸਾਰੇ ਲੋਕਾਂ ਨੂੰ ਇੰਸਪਾਇਰ ਕਰਦਾ ਹੈਗਾ, ਬਹੁਤ ਸਾਰੇ ਲੋਕਾਂ ਨੂੰ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦਾ ਹੈਗਾ। ਤਾਂ ਇਸ ਸੰਘਰਸ਼ ਦੇ ਲਈ ਅੱਗੇ ਵੀ ਤੁਸੀਂ ਕੀਤਾ, ਪਹਿਲਾਂ ਵੀ ਕੀਤਾ ਤੇ ਹੁਣ ਵੀ ਕੀਤਾ, ਜੋਬ ਵੀ ਤੁਸੀਂ ਹੁਣ ਕਰਨ ਜਾ ਰਹੇ ਹੋ, ਨਵੀਂ ਇੱਕ ਸ਼ੁਰੂਆਤ ਕਰਨ ਜਾ ਰਹੇ ਹੋ ਜ਼ਿੰਦਗੀ ਦੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ, ਇਸ ਸੰਘਰਸ਼ ਬਾਰੇ, ਆਪਣੇ ਸੰਘਰਸ਼ ਬਾਰੇ ਜੇ ਕੁਝ ਕਹਿਣਾ ਚਾਹੋ? ਹਾਂਜੀ, ਇਹੀ ਆ ਜੀ ਕਿ ਅਸੀਂ ਵੀ ਸੰਘਰਸ਼ ਕੀਤਾ ਵਾ। ਸਾਰੀ ਦੁਨੀਆ ਨੂੰ ਚਾਹੀਦਾ ਕਿ ਸੰਘਰਸ਼ ਕਰਨ, ਸੰਘਰਸ਼ ਨਾਲ ਹੀ ਸਭ ਕੁਝ ਮਿਲਦਾ ਹੈ ਜੀ। ਤਾਂ ਬਸ ਇਹੀ ਹੈ ਮੇਨ ਮੋਟਿਵ ਸਾਡਾ ਕਿ ਸਾਰਿਆਂ ਨੂੰ ਐਫਰਟਸ ਕਰਨੇ ਚਾਹੀਦੇ ਨੇ। ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਿਵੇਂ ਕਰਦੇ ਹੋ? ਕੀਰਤਨ ਤੁਸੀਂ ਕਰ ਲੈਂਦੇ ਹੋ, ਮੈਂ ਕਹਿੰਦਾ ਜੇ ਕੋਈ ਸ਼ਬਦ ਹੋ ਜਾਵੇ ਤਾਂ ਉਸ ਦੇ ਨਾਲ ਆਪਾਂ ਸਮਾਪਤੀ ਕਰਾਂਗੇ, ਬੜਾ ਅੱਛਾ ਮਾਹੌਲ ਬਣ ਜਾਊਗਾ। ਹਾਂਜੀ, ਇਹ ਅਕਾਲ ਪੁਰਖ ਦਾ ਤਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਅਸੀਂ ਕਿ ਸਾਨੂੰ ਇਹੋ ਜਿਹਾ ਬਣਾ ਤਾ ਤੇ ਸਾਰੀ ਦੁਨੀਆ ਸਾਨੂੰ ਜਾਣਦੀ ਆ। ਇਸ ਤਰ੍ਹਾਂ ਸਾਰੇ ਲੋਕਾਂ ਨੂੰ ਇਹੀ ਆ ਕਿ ਉਹ ਵਧੀਆ ਤਰੀਕੇ ਨਾਲ ਉਹ ਕੰਮ ਕਾਰ ਆਪਣੇ ਕਰਨ ਤੇ ਜਿਸ ਤਰ੍ਹਾਂ ਹੋ ਸਕੇ ਆਪਣਾ ਵੋਟ ਦਾ ਅਧਿਕਾਰ ਵਰਤਣ। ਮੋਟਿਵ ਸਾਡਾ ਵੋਟ ਦਾ ਅਧਿਕਾਰ ਹੀ ਹੈ ਤੇ ਉਹ ਵਰਤਣ ਆਪਣਾ, ਤੇ ਤਾਂ ਜੋ ਆਪਣੀ ਵਧੀਆ ਤਰੀਕੇ ਦੀ ਸਰਕਾਰ ਚੁਣੀ ਜਾਵੇ। ਕੋਈ ਸ਼ਬਦ ਹੋ ਜਾਣ ਕੀਰਤਨ ਦੇ, ਕਿਸੇ ਬੋਲ ਹੋ ਜਾਣ ਕੁਝ ਗੁਰਬਾਣੀ ਦੇ? ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਤੇ, ਮਤਲਬ ਕਿ ਜੋ ਆਪਾਂ ਪ੍ਰਮਾਤਮਾ ਕੋਲੋਂ ਮੰਗਦੇ ਆ ਤੇ ਉਹੀ ਸਾਨੂੰ ਪ੍ਰਮਾਤਮਾ ਦੇ ਦਿੰਦਾ, ਜਾਂ ਉਸ ਤੋਂ ਵੱਡੀ ਚੀਜ਼ ਦੇ ਦਿੰਦਾ। ਮਤਲਬ ਅਸੀਂ ਕਹਿੰਦੇ ਹੁੰਦੇ ਸੀ ਕਿ ਸਾਨੂੰ ਜੋਬ ਮਿਲ ਜੇ, ਜੋਬ ਮਿਲ ਜੇ। ਅਸੀਂ ਪਿਛਲੇ ਸਾਲਾਂ ਤੋਂ ਕਹਿਣ ਦੇ ਜੋਬ ਮਿਲ ਜੇ, ਤੇ ਉਹ ਮਤਲਬ ਪੋਜ਼ੀਟਿਵਲੀ ਸੋਚਿਆ ਤੇ ਅਖੀਰ ਦੂਜੇ ਸਾਲ ਦੇ ਵਿੱਚ ਆ ਕੇ ਸਾਨੂੰ ਜੋਬ ਦੇ ਦਿੱਤੀ ਐਂਡ ਤੇ। ਪੋਜ਼ਿਟਿਵ ਕਿੱਦਾਂ ਰਹਿੰਦੇ ਹੋ? ਮੈਂ ਸਵਾਲ ਇਹ ਪੁੱਛਣਾ ਚਾਹੁੰਦਾ ਕਿ ਇੰਨਾ ਪੋਜ਼ਿਟਿਵਿਟੀ ਹੈ ਤੁਹਾਡੇ 'ਚ, ਇੰਨਾ ਪੋਜ਼ਿਟਿਵ ਆਪਣੇ ਆਪ ਨੂੰ ਕਿਵੇਂ ਰੱਖ ਲੈਂਦੇ ਹੋ? ਹਾਂਜੀ, ਪੋਜ਼ੀਟਿਵਿਟੀ ਤਾਂ ਇਹੀ ਹੈ ਜੀ ਕਿ ਇਹ ਬਸ ਬੰਦੇ ਨੂੰ ਨੈਗੇਟਿਵਿਟੀ ਵੱਲ ਨਹੀਂ ਜਾਣਾ ਚਾਹੀਦਾ। ਬੰਦੇ ਨੂੰ ਹਮੇਸ਼ਾ ਪੋਜ਼ੀਟਿਵ ਸੋਚਣਾ ਚਾਹੀਦਾ ਵਾ ਕਿ, ਬਟ ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਪਤਾ ਨਹੀਂ ਹੋਏਗਾ ਜਾਂ ਨਹੀਂ ਹੋਏਗਾ। ਬਸ ਉਹਨੂੰ ਇਹੀ ਚਾਹੀਦਾ ਵਾ ਕਿ ਹੋ ਜੇ, ਬਸ ਹੋ ਗਿਆ, ਬਸ ਸਮਝੇ ਬੰਦਾ ਹੋ ਗਿਆ, ਬਸ ਦਿਸ ਇਜ਼ ਪੋਜ਼ੀਟਿਵਿਟੀ। ਹਾਂਜੀ, ਤਾਂ ਅਖੀਰ ਦੇ ਵਿੱਚ ਜਿਹੜੇ ਇਸ ਵੇਲੇ ਤੁਹਾਨੂੰ ਦਰਸ਼ਕ ਵੇਖ ਰਹੇ ਨੇ, ਦੁਨੀਆ ਭਰ ਦੇ ਵਿੱਚ ਲੋਕ ਦੇਖ ਰਹੇ ਹੋਣਗੇ, ਉਹਨਾਂ ਨੂੰ ਸੋਹਣਾ ਸਿੰਘ ਜੀ ਦਾ ਤੇ ਮੋਨਾ ਸਿੰਘ ਜੀ ਦਾ ਕੀ ਸੁਨੇਹਾ ਹੋਏਗਾ ਆਪਣੇ ਵੱਲੋਂ? ਹਾਂਜੀ, ਸਾਡਾ ਇਹੀ ਸੁਨੇਹਾ ਆ ਕਿ ਆਪਣੇ ਜਿਹੜੇ ਚੋਣ ਕਮਿਸ਼ਨਰ ਆ
KS ਰਾਜੂ ਜੀ, ਉਹਨਾਂ ਵੱਲੋਂ ਵੀ ਇਹੀ ਆ ਕਿ ਸਾਰੇ ਜਣੇ ਆਪਣਾ ਵੋਟ ਦਾ ਅਧਿਕਾਰ ਬਣਾਉਣ। ਸਾਰੇ ਜਣੇ ਵੋਟ ਜਿਨ੍ਹਾਂ ਦੀ ਬਣੀ ਵੀ ਆ ਉਹ ਵੀ ਆਪਣਾ ਵੋਟ ਦਾ ਅਧਿਕਾਰ ਵਰਤਣ, ਕਿਉਂਕਿ ਆਪਾਂ ਆਪਣੇ ਮੋਟਿਵ ਤੋਂ ਭਟਕਣਾ ਨਹੀਂ ਆ। ਵੋਟ ਦਾ ਅਧਿਕਾਰ ਸਾਰੇ ਵਰਤਣ ਆਪਣਾ, ਤਾਂ ਜੋ ਆਪਣੀ ਵਧੀਆ ਤਰੀਕੇ ਦੀ ਸਰਕਾਰ ਚੁਣੀ ਜਾ ਸਕੇ। ਇੰਨੀਆਂ ਗੱਲਾਂ ਬਸ। ਤੇ ਕਹਿੰਦੇ ਆ ਧੰਨਵਾਦ, ਤੇ ਇੱਕ ਵਾਰੀ ਫੇਰ ਧੰਨਵਾਦ ਕਰਦੇ ਆ ਸ੍ਰੀ IAS ਵਿਨੂ ਪ੍ਰਸਾਦ ਜੀ ਦਾ ਤੇ KS ਰਾਜੂ ਜੀ ਦਾ, ਤਾਂ ਤੇ ਇਹ ਬੋਰਡ ਦੀ ਮੀਟਿੰਗ ਦਾ। ਇਹਨਾਂ ਨੇ ਸਾਨੂੰ ਜੌਬ ਦਿੱਤੀ ਆ, ਵੋਟ ਦਾ ਅਧਿਕਾਰ ਦਿੱਤਾ ਆ। ਤੇ ਸਾਰੇ ਜਿੰਨੇ ਵੀ ਹੋਰ ਬਾਕੀ ਸੱਜਣ ਡਾਇਰੈਕਟਰ ਜੋ ਵੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। KS ਰਾਜੂ ਜੀ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਕਿ ਸਾਨੂੰ ਜੌਬ ਵੋਟ ਦਾ ਅਧਿਕਾਰ ਦੇਣ। ਜੀ ਸ਼ੁਕਰੀਆ। ਤਾਂ ਇਹ ਉਹ ਸੰਘਰਸ਼ੀਲ ਯੋਧੇ ਨੇ, ਇਹਨਾਂ ਨਾਲ ਗੱਲਬਾਤ ਕੀਤੀ। ਸੋਹਣਾ ਸਿੰਘ ਜੀ ਤੇ ਮੋਹਣਾ ਸਿੰਘ ਜੀ, ਇਹਨਾਂ ਦੀ ਜ਼ਿੰਦਗੀ ਸਾਨੂੰ ਜ਼ਰੂਰ ਅੱਗੇ ਵਧਣ ਦੇ ਲਈ ਪ੍ਰੇਰਦੀ ਹੈ, ਨਵੇਂ ਦੇ ਸਾਧਿਆਂ ਨੂੰ ਸਰ ਕਰਨ ਦੇ ਲਈ ਪ੍ਰੇਰਦੀ ਹੈ ਕਿ ਜ਼ਿੰਦਗੀ ਦੇ ਵਿੱਚ ਕੁਝ ਵੀ ਨਾਕਾਮਯਾਬ ਨਹੀਂ ਹੁੰਦਾ, ਕੁਝ ਵੀ ਇਹੋ ਜਿਹੀ ਚੀਜ਼ ਨਹੀਂ ਜਿਹੜੀ ਅਸੀਂ ਹਾਸਲ ਨਾ ਕਰ ਸਕਦੇ ਹੋਈਏ। ਕੈਮਰਾਮੈਨ ਲਲਿਤ ਪਾਂਡੇ ਦੇ ਨਾਲ ਮੈਂ ਹਾਂ ਆਨੰਦਪ੍ਰੀਤ ਸਿੰਘ, ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।